आने वाले जनता वोट नहीं देगी। भारत के संविधान के अंदर राइट टू वोट हैगा, किन्ने दिता? डॉक्टर भीमराव अंबेडकर ने इंश्योर किया राइट टू वोट, राइट टू इक्वालिटी, फ्रीडम ऑफ स्पीच सारे ਨੂੰ ਦਿੱਤਾ ਤੇ ਉਹ ਵੋਟ ਲਈ ਇੰਨੇ ਸਾਰੇ ਅਧਿਕਾਰ ਦਿੱਤੇ। ਮੈਨੂੰ ਲੱਗਦਾ ਇਹ ਸਮਝਣ ਤੋਂ ਪਹਿਲੇ ਕਿ ਅਸੀਂ ਗੁਲਾਮ ਆ, ਇਹ ਸਮਝੋ कि संविधान साडा। आज आ टी शर्ट पाई आ, पंजाबी च लिखा, आपका चैनल हिंदी में है, आप बच्चों की टी शर्ट च पढ़ लो, हिंदी में भी लिखा हुआ है संविधान ये कहता है बंदी सिंह रिहा करो, because we are going exactly what constitution is saying, we are abiding by the law and constitution। ਜੋ ਤੁਸੀਂ ਕਹਿ ਰਹੇ ਹੋ 32 ਸਿੰਘ ਤੋਂ 32 ਸਾਲ ਹੋ ਗਏ, 35 ਸਾਲ ਹੋ ਗਏ ਕਿਸੇ ਨੂੰ ਜਿਹੜੇ ਅੰਦਰ ਰੱਖੇ ਹੈ, ਉਹ ਅਨਕਨਸਟੀਟਿਊਸ਼ਨਲ ਕੰਮ ਕਰ ਰਹੇ ਨੇ। ਜੋ ਜਿੱਦਾਂ ਪ੍ਰਾਚਾ ਸਾਹਿਬ ਨੇ ਕਿਹਾ, ਜੋ ਸੰਵਿਧਾਨ ਦੇ ਤਰੀਕੇ ਨਾਲ ਨਹੀਂ ਚੱਲਦਾ ਉਹ ਦੇਸ਼ ਦਰੋਹ ਹੈ, ਅਸੀਂ ਨਹੀਂ ਆ। ਮੈਂ ਲਾਸਟ ਟਾਈਮ ਵੀ ਜਦ ਸਪੀਚ ਦਿੱਤੀ ਸੀਗੀ ਮੈਂ ਇਹੀ ਕਿਹਾ ਸੀਗਾ, ਔਰ ਬਿਲਕੁਲ ਅੱਜ ਵੀ ਮੈਂ ਇੱਕ ਹੋਰ ਚੀਜ਼ ਆਪਣੀ ਕੌਮ ਨੂੰ ਕਹਿਣਾ ਚਾਹਾਂਗੀ, ਰਾਦਰ ਦੈਨ थिंकिंग ऑफ दिस थिंग दैट ਅਸੀਂ ਗੁਲਾਮ ਹਾਂ, नो, जो इतिहास नहीं जानता वो इतिहास नहीं बनाता। साडी पातशाही हरगोबिंद सिंह साहब ने जो मेक एक स्किन जो कुर्बानी उस वेले दिती, 52 ਰਾਜਿਆਂ ਨੂੰ ਛੁਡਵਾਇਆ, ਉਹਦੀ ਵਜ੍ਹਾ ਨਾਲ ਅੱਜ ਤੁਸੀਂ ਦੇਖੋ ਉਹਨਾਂ ਨੇ ਜਾਤ ਪਾਤ ਨਹੀਂ ਦੇਖੀ, ਉਹਨਾਂ ਨੇ ਕੁਝ ਨਹੀਂ ਦੇਖਿਆ, ਉਹਨਾਂ ਨੇ ਸਾਰਿਆਂ ਨੂੰ ਛੁਡਵਾ ਕੇ। ਮੈਂ ਕਿਉਂ ਇਹ ਗੱਲ ਕਹਿ ਰਹੀ ਹਾਂ, ਉਹਨਾਂ ਨੇ ਕਿਹਾ ਕਿ ਤੁਸੀਂ ਸਾਰੇ ਅੱਜ ਜਾਣਗੇ ਘਰੇ, ਆਪਣੇ ਘਰੇ ਜਾ ਕੇ ਦੀਵਾਲੀ ਮਨਾਣਗੇ। ਆ ਸਾਡੀ ਕੌਮ ਲਈ ਟਰੂ ਸੈਂਸ ਆਫ ਦੀਵਾਲੀ ਆ। ਇਸ ਕਰਕੇ ਅੱਜ ਅਸੀਂ ਹਰ ਸਾਲ ਇਹ ਤਿਉਹਾਰ ਮਨਾਉਂਦੇ ਹਾਂ, ਹਰ ਸਾਲ ਤਿਉਹਾਰ ਦੀ ਤਰ੍ਹਾਂ ਇੱਕ ਅਰਦਾਸ ਕਰਦੇ ਹਾਂ ਇੱਥੇ ਖੜੇ ਹੋ ਕੇ ਕਿ ਜਿੰਨੇ ਸਾਡੇ ਬੰਦੀ ਸਿੰਘ ਅੰਦਰ ਤੁਸੀਂ ਬੰਦੀ ਕੀਤੇ ਹੋਏ ਹੈ, ਜਿੱਦਾਂ ਸਰ ਨੇ ਦੱਸਿਆ ਕਿ ਮੈਂ ਤੁਹਾਡਾ ਸਵਾਲ ਲੈ ਲੈਂਦੀ ਹਾਂ, ਪਹਿਲੇ ਪੁੱਛ ਲਓ। मैं आगे वो चलते हुए इस करके रोक रहे हैं, सिख कौम है क्यों ना महसूस करे क्यों गुलाम है। आप जी देख रहे हो कि राम रहीम थे, मर्डर्स, बलात्कार, बिल्किस बानो केस ਦੇ ਅੰਦਰ ਦੁਨੀਆ ਭਰ ਦੇ ਇਲਜ਼ਾਮ, ਮਰਡਰ, ਬਲਾਤਕਾਰ, ਉਹਨਾਂ ਨੂੰ ਐਜ਼ ਏ ਗੁੱਡ ਨਾਗਰਿਕ ਕਹਿ ਕੇ ਪੇਰੋਲ ਵੀ ਮਿਲਦੀ ਹੈ, ਜ਼ਮਾਨਤ ਵੀ ਮਿਲਦੀ ਹੈ, ਰਿਹਾ ਵੀ ਕਰ ਦਿੱਤੇ ਜਾਂਦੇ ਨੇ। ਪਰ ਸਿੱਖ ਕੌਮ ਦਾ ਇੱਕ ਵੀ ਕੈਦੀ ਪਿਛਲੇ 32 ਸਾਲਾਂ ਤੋਂ ਜੇਲ੍ਹ ਤੋਂ ਬਾਹਰ पेरोल ते नहीं आया, फरलो ते नहीं आया, जमानत ते नहीं आया। तो क्या सिख कौम क्यों ना समझे कि ਅਸੀਂ ਗੁਲਾਮ ਹੈ ਇੱਥੇ? ਸਮਝੇਗੀ ਸਿੱਖ ਕੌਮ ਅਸੀਂ ਗੁਲਾਮ ਆ। ਤੁਸੀਂ ਤੁਹਾਡੀ ਗੱਲ ਬਿਲਕੁਲ ਸਹੀ ਹੈ, ਤੁਸੀਂ ਸਹੀ ਕਹਿ ਰਹੇ ਹੋ ਕਿ ਅਸੀਂ ਸਾਡੇ ਨਾਲ ਧੱਕਾ ਹੋ ਰਿਹਾ ਹੈ, ਇਹ ਘੱਟ ਗਿਣਤੀਆਂ ਵਾਲੇ ਨਾਲ ਇਸ ਤਰ੍ਹਾਂ ਦੀ ਚੀਜ਼ਾਂ ਕਰਦੇ ਨੇ, ਬਟ ਉੱਥੇ ਹੀ ਸਾਡੀ ਯੂਨਿਟੀ ਆ। ਜੇ ਆਪਾਂ ਯੂਨਿਟੀ ਸਮਝ ਕੇ ਅਸੀਂ ਹੁਣ ਇੰਨੇ, ਤੁਸੀਂ ਸੋਚੋ ਅਸੀਂ ਪੰਜ ਵੀ ਕਿਤੇ ਖੜੇ ਹੋ ਜਾਂਦੇ ਅਸੀਂ ਲਾ ਦਿੰਦੇ ਆ, ਅਸੀਂ ਸਿਸਟਮ ਨੂੰ ਹਿਲਾ ਦਿੰਦੇ ਆ। ਜੇ ਅਸੀਂ ਆਪਣੀ ਸਟਰੈਂਥ ਨਾਲ ਯੂਨਿਟੀ ਨਾਲ ਇਕੱਠੇ ਹੋ ਕੇ ਸੜਕਾਂ ਤੇ ਆ ਜਾਈਏ, ਜਿੱਦਾਂ ਆਪਾਂ ਕਿਸਾਨ ਅੰਦੋਲਨ ਤੇ ਨਮੂਨਾ ਵੇਖਿਆ ਨਾ, ਤੁਸੀਂ ਦੇਖਿਆ ਕਿਸਾਨ ਅੰਦੋਲਨ ਤੇ ਸਰਕਾਰ ਨੇ ਘੁੱਟਨੇ ਚੁਕਾਏ ਕਿ ਨਹੀਂ, ਚੁੱਕੀ ਕਿ ਨਹੀਂ ਘੁੱਟਨੇ ਤੇ। ਫਿਰ ਇਦਾਂ ਹੀ ਅਸੀਂ ਆਪਣੇ ਬੰਦੀ ਸਿੰਘਾਂ ਲਈ, ਮੈਂ ਇਹ ਯੂਥ ਨੂੰ ਵੀ ਕਹਿਣਾ ਚਾਹੁੰਦੀ ਹਾਂ, ਆਪਾਂ ਬੜੇ ਐਕਸਾਈਟਿਡ ਹੁੰਦੇ ਆ ਕਿ ਅਸੀਂ ਬਾਹਰ ਜਾਣਾ ਦੇਸ਼ ਤੋਂ, ਹੈ ਨਾ। ਆਪਾਂ ਐਕਸਾਈਟਿਡ ਹੋ ਕੇ ਇਹ ਕਿਉਂ ਨਾ ਸੋਚੇ ਕਿ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀ, ਜਿੱਦਾਂ ਪ੍ਰਾਚਾ ਸਾਹਿਬ ਨੇ ਕਿਹਾ ਕਿ ਹਾਲੇ ਤੱਕ ਉਹਨਾਂ ਦਾ ਗੁਨਾਹ ਜਿਹੜਾ ਹੈਗਾ, ਉਹਨੇ ਤੇ ਜਿਹੜੇ ਆਰੋਪ ਲਗਾਏ ਉਹ ਸਿੱਧ ਹੀ ਨਹੀਂ ਹੋਇਆ, ਉਹ ਸਾਬਿਤ ਹੀ ਨਹੀਂ ਹੋਇਆ ਕਿ ਉਹਨਾਂ ਦੇ ਉੱਪਰ ਕੋਈ ਆਰੋਪ ਵੀ ਹੈਗਾ। ਉਹ ਆਪਣੀ ਸਜ਼ਾ ਕੱਟ ਰਹੇ ਨੇ ਕਿਉਂਕਿ ਉਹਨਾਂ ਨੇ ਕਾਨੂੰਨ ਮੰਨਿਆ, ਸਿਰ ਝੁਕਾ ਕੇ ਅੰਦਰ ਗਏ। ਬਟ ਤੁਸੀਂ ਹੁਣ ਮੇਰੀ ਇੱਕ ਗੱਲ ਸਮਝੋ ਕਿ ਤੁਸੀਂ ਬਾਰ-ਬਾਰ ਕਹਿ ਰਹੇ ਹੋ ਅਸੀਂ ਗੁਲਾਮ, ਆਪਣੇ ਆਪ ਨੂੰ ਗੁਲਾਮ ਸਮਝੀ ਨਹੀਂ। ਅਸੀਂ ਸੰਵਿਧਾਨ, ਜਿੱਦਾਂ ਆਪਾਂ ਕਿਹਾ ਕਿ ਸੰਵਿਧਾਨ ਇਹ कहता है बंदी सिंह रिहा करो, सब साथ है। संविधान ਦੇ ਲੀਡ ਅਸੀਂ ਲੈਣੀ ਆ, ਆਹ ਗੱਲ ਮੰਨ ਕੇ ਚਲੋ। ਬਾਰਡਰ ਤੇ ਵੀ ਅਸੀਂ ਲੀਡ ਰਹਿ ਰਹੇ ਹਾਂ, ਸੀਮਾਵਾਂ ਤੇ ਵੀ ਸੁਰੱਖਿਆ ਅਸੀਂ ਕਰ ਰਹੇ ਹਾਂ, ਤੇ ਅਸੀਂ ਲੀਡ ਕਿਉਂ ਨਾ ਲਈਏ? ਅਸੀਂ ਲੀਡ ਲੈ ਕੇ ਐਲਾਨ ਕਰੀਏ, ਜਿੱਦਾਂ ਕਿਸਾਨ ਅੰਦੋਲਨ ਚ ਨਾਟ ਓਨਲੀ ਸਿੱਖ ਵਰ देयर, एवरीबॉडी फ्रॉम अक्रॉस द कम्युनिटीज, क्रिश्चियंस, ਬੋਧ, ਜਿਹੜੇ ਵੀ ਸੀਗੇ ਮਿਨੋਰਿਟੀਜ਼, ਜਿੰਨੀ ਵੀ ਮਿਨੋਰਿਟੀ ਸੀਗੀ, SC ST OBC ਸਾਰੇ ਸੀਗੇ। ਅਸੀਂ ਐਲਾਨ ਕਰੀਏ, ਹਿੰਮਤ ਸਾਡੇ ਚ ਹੈਗਾ, ਜਜ਼ਬਾ ਸਾਡੇ ਚ ਹੈਗਾ, ਸਾਰੇ ਆਣਗੇ। ਆ ਯੂਥ, ਤੁਸੀਂ ਮੈਨੂੰ ਯੂਥ ਦੇ ਨਾਤੇ ਜਾਣਦੇ ਹੋ ਨਾ, ਮੈਂ ਯੂਥ ਦੇ ਨਾਤੇ ਕਹਿ ਰਹੀ ਹਾਂ ਕਿ ਜਿਹੜਾ ਯੂਥ ਸੋਚਦਾ ਕਿ ਅਸੀਂ ਬਾਹਰ ਚਲੇ ਜਾਣਾ, ਇਹਨਾਂ ਨੇ ਜਿਹੜਾ ਸਾਡਾ ਪਾਇਆ ਹੋਇਆ ਨਾ ਉੜਤਾ ਪੰਜਾਬ, ਸਾਡੇ ਹੁਣ ਵੀ ਤੁਸੀਂ ਹਵਾਰਾ ਜੀ ਦਾ ਜਿਹੜੀ ਚਿੱਠੀ ਆਈ ਉੱਥੇ ਦੇਖਿਆ ਹੋਣਾ ਕਿ ਪੰਜਾਬ ਨਸ਼ਿਆਂ 'ਚ ਜਾ ਰਿਹਾ ਹੈ। ਇਹ ਸਾਡੀ ਜ਼ਿੰਮੇਵਾਰੀ ਬਣਦੀ ਹੈ, ਤੇ ਜਿਹੜੇ ਸਾਡੇ ਆਗੂ ਵੀ ਹੈਗੇ, ਵੱਡੇ ਵੀ ਹੈਗੇ, ਐਜ਼ ਅ ਯੂਥ ਮੈਂ ਕਹਿੰਦੀ ਹਾਂ, ਮੈਂ ਲਲਕਾਰ ਦਿੰਦੀ ਹਾਂ, ਮੈਂ ਕਹਿੰਦੀ ਹਾਂ ਕਿ ਤੁਸੀਂ ਸਾਨੂੰ ਡਾਇਰੈਕਸ਼ਨ ਤਾਂ ਦਿਓ, ਵੀ ਆਰ ਰੈਡੀ ਟੂ ਫੋਲੋ ਯੂ। ਅਸੀਂ ਨਾ ਹੀ ਸਿਰ ਕਿਸੇ ਦੇ ਸਾਹਮਣੇ ਝੁਕਾਇਆ, ਨਾ ਹੀ ਸਾਡੀ ਪੀੜ੍ਹੀਆਂ ਨੇ ਝੁਕਾਇਆ, ਨਾ ਹੀ ਅਸੀਂ ਝੁਕਾਵਾਂਗੇ। ਅਸੀਂ ਰਾਜੇ ਸੀਗੇ, ਰਾਜੇ ਹੈ, ਔਰ ਅਸੀਂ ਆ ਵੀ ਕਰਕੇ ਤੁਹਾਨੂੰ ਦੱਸਾਂਗੇ। ਜੋ ਆਪ ਜੀ ਸਾਨੂੰ ਆਗੂ ਕਰਾ ਰਹੇ ਹੋ, ਅਗਾਹ ਕਰਾ ਰਹੇ ਹੋ, ਤੁਸੀਂ ਇੱਕ ਵਿੱਚ ਬੋਲਿਆ ਕਿ ਜਿਸ ਤਰ੍ਹਾਂ ਕਿਸਾਨ ਅੰਦੋਲਨ ਦੇ ਅੰਦਰ ਸਾਰੀ ਮੈਜੋਰਟੀ ਪੰਜਾਬ ਦੀ ਇਕੱਠੀ ਹੋ ਕੇ, ਸਰ ਵੀ ਖੜੇ ਨੇ, ਭਾਜੀ ਵੀ ਖੜੇ ਨੇ, ਮਿੰਟੂ ਜੀ ਵੀ ਖੜੇ ਨੇ, ਇਕਬਾਲ ਸਿੰਘ ਜੀ ਵੀ ਖੜੇ ਨੇ, ਮੈਂ ਖੁਦ ਵੀ ਪੂਰਾ 365 ਦਿਨ ਕਿਸਾਨ ਅੰਦੋਲਨ ਚ ਰਿਹਾ। ਲੇਕਿਨ ਮੇਰਾ ਫਿਰ ਉਹੀ ਸਵਾਲ ਆ ਰਿਹਾ ਹੈ, क्या ਅਸੀਂ 365 दिन ਧਰਨੇ ਲਗਾ ਕੇ ਆਪਣੇ 700 ਕਿਸਾਨ ਮਰਵਾ ਕੇ ਜਾਂ ਆਪਣੀ ਹੋਰ ਜਨਰੇਸ਼ਨ ਮਰਵਾ ਕੇ ਫਿਰ ਅਸੀਂ ਇਸ ਲੈਵਲ ਤੇ ਆਵਾਂਗੇ कि ਅਸੀਂ ਬੰਦੀ ਸਿੰਘ ਰਿहा करावांगे? इतिहास ही है। मैं इसमें बोलना चाहूँ, ये मैं बिल्कुल आपकी रिस्पेक्ट करता हूं, मैं ये कह रहा ये हूँ, कहना चाहता हूं हाँ, कि हम लोग क्या जो लोग लीडर कुर्बानियों के लिए बने हैं? जो शेर पैदा हुए हैं वो शेर का काम ही करेंगे ना।
आप लोगों को अपने लिए नहीं, आप लोगों के गुरुओं ने आपको अपने लिए इंसाफ लेने के लिए नहीं बना शिक्षा दी है, सबके लिए इंसाफ। आप क्या समझते हो बंदी सिंहों के लिए सिर्फ अकेली लड़ाई हो रही है? आज देश में SC ST OBC कितने परेशान है, बंदी सिंह आके उनकी लड़ाई लड़ेंगे। भाई देख रही है ना, तो तुसी लीड लो, लीड लो तुसी। एक मिनट जी, एक मिनट 300 अवतार सिंह, एक मिनट 365 दिन ਦਾ ਜਵਾਬ ਤੁਹਾਨੂੰ ਦੇ ਦਈਏ, ਬੜੀ ਜ਼ਿੰਮੇਵਾਰੀ ਨਾਲ ਮੈਂ ਜਵਾਬ ਦੇ ਰਿਹਾ। 365 ਨੂੰ 28 ਨਾਲ ਮਲਟੀਪਲਾਈ ਕਰ ਲਓ। ਉਹ ਜਿਹੜਾ ਸ਼ੇਰ ਸਾਡਾ 28 ਸਾਲ ਹੋ ਚਲੇ ਨੇ ਅੰਦਰ ਬੈਠਾ, ਉਹਨੇ ਕਦੀ ਨਹੀਂ ਸੋਚਿਆ ਵੀ 365 ਦਿਨ ਕਦੋਂ ਬੀਤ ਗਏ ਨੇ, ਤੇ ਸਾਨੂੰ ਇਹ ਸੋਚਣ ਦੀ ਲੋੜ ਪੈ ਗਈ ਕਿ ਕਿਆ ਅਸੀਂ 365 ਦਿਨ ਗਿਣੀਏ। ਅਸੀਂ 300, ਮੈਂ ਤੁਹਾਡੀ ਗੱਲ ਦਾ ਜਵਾਬ ਦੇ ਰਿਹਾ, ਤੁਸੀਂ ਵੀ ਉੱਥੇ ਸਵਾ ਸਾਲ ਅਸੀਂ ਤੁਹਾਡੇ ਨਾਲ ਰਹੇ ਹਾਂ ਉੱਥੇ ਕਿਸਾਨ ਮੋਰਚੇ ਤੇ, ਪਰ ਲੇਕਿਨ ਉਹਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਝੁਕਣਾ ਪਿਆ। ਇਹ ਫੈਸਲਾ ਦੇਖਣਾ ਚਾਹੀਦਾ ਸਾਨੂੰ, 365 ਦਿਨ ਜ਼ਰੂਰ ਹੈ। यही कह रहे हैं क्या सानू सवा साल जिथे कि इस देश के अंदर इक्को ही तरह का कानून है सब दे उत्ते, अपना कानून अपना हक लेने वास्ते सानू सवा साल सड़कों ते बैठना पेगा। ਇਹਦਾ ਜਵਾਬ ਮੈਂ ਤੁਹਾਨੂੰ ਇਹ ਦੇਣਾ ਕਿ ਤੁਸੀਂ ਇਹ ਗੱਲ ਹੋਮ ਮਿਨਿਸਟਰ ਪ੍ਰਧਾਨ ਮੰਤਰੀ ਨੂੰ ਕਰੋ, ਪੱਤਰਕਾਰ ਹੋ ਤੁਸੀਂ ਭਾਈ, ਪੱਤਰਕਾਰ ਹੋਮ ਮਿਨਿਸਟਰ ਪ੍ਰਧਾਨ ਮੰਤਰੀ ਨੂੰ ਪੁੱਛਣ ਕਿਆ ਭਾਈ ਸਾਨੂੰ ਇਨਸਾਫ ਰੋਡਾਂ ਤੇ ਬਹਿ ਕੇ ਮਿਲਿਆ ਕਰੇਗਾ। ਇਹ ਜਵਾਬ ਪ੍ਰਧਾਨ ਮੰਤਰੀ ਦੇਵੇ, ਹੋਮ ਮਿਨਿਸਟਰ ਦੇਵੇ। मीडिया लो हुण एक बार अरदास दा काम ਅਸੀਂ ਅਰਦਾਸ ਕਰਨੀ ਹੈ फिर बाकी गल्लां जवाब सारे देंगे। वाहिगुरू जी की फतेह। आजो सारे बह जाओ थल्ले, मैं इकबाल सिंह जी ਨੂੰ ਦਿਓ। मैं बस ਪਿੱਛੇ ਆ ਜਾਓ ਸਾਰੇ। ठीक है, मैं बस यही कहना चाहनी हाँ कि अपना इतिहास ਅਸੀਂ ਭੁੱਲਣਾ ਨਹੀਂ ਹੈਗਾ, ਕੁਰਬਾਨੀਆਂ ਅਸੀਂ ਦਿੱਤੀਆਂ, ਅੱਗੇ ਵੀ ਦੇਂਗੇ, ਕਿਉਂਕਿ ਜਿੱਦਾਂ ਸਰ ਨੇ ਕਿਹਾ ਕਿ ਅਸੀਂ ਤਾਂ ਬਣੇ ਹੀ ਲੋਕ ਸੇਵਾ ਲਈ ਆ। ਅਸੀਂ ਤੁਸੀਂ ਕਰੋਨਾ ਕਾਲ ਵਿੱਚ ਦੇਖਿਆ, ਪਿਓ ਆਪਣੇ ਪੁੱਤਾਂ ਨੂੰ ਛੱਡ ਕੇ ਨੱਠ ਗਏ, ਮਾਵਾਂ ਨੂੰ ਛੱਡ ਕੇ ਨੱਠ ਗਏ, ਸ਼ਰੀਰ ਕਿੰਨੇ, ਕੌਣ ਸ਼ਮਸ਼ਾਨ ਘਾਟ ਲੈ ਕੇ ਗਿਆ, ਕੌਣ ਕਿੱਥੇ ਲੈ ਕੇ ਗਿਆ ਸੰਸਕਾਰ ਕਰਨ ਲਈ, ਸਾਡੀ ਕੌਮ ਸਿੱਖ ਲੈ ਕੇ ਗਏ। ਆਪਾਂ ਕਿਉਂ ਇਨ ਚੀਜ਼ਾਂ ਤੋਂ ਡਰਨਾ, ਅਸੀਂ ਨਹੀਂ ਡਰਦੇ ਇਨ ਚੀਜ਼ਾਂ ਤੋਂ। ਮੈਂ ਲਾਸਟਲੀ ਇਹ ਕਹਿਣਾ ਚਾਹਾਂਗੀ, ठीक है, मैं एक इम्पोर्टेंट मैसेज देना है। उसकी आवाज पे हमें एक बड़ा आंदोलन खड़ा करने की आदेश है जनता से, और वो हम खड़ा करेंगे। तो इसीलिए हम नहीं चाहते कि इतना बड़ा आंदोलन खड़ा हो, जो छोड़ना फिर भी पड़ेगा आपको आंदोलन के बाद भी। तो अच्छा है कि सिख समुदाय जो है, सिख कम्युनिटी जो है, उनके साथ इंसाफ हो, बंदी सिंहों को छोड़ा जाए, और पंजाब में आज जो मजबूती की जरूरत है वो भी ये बंदी सिंह बाहर निकल के, जब ये बाहर आ जाएंगे तो किसी भी दुश्मन देश की नजरें इतनी ताकतवर नहीं होंगी जो टेढ़ी नजर भारत की तरफ करके देख ले। लेकिन उसके लिए भी देश की सुरक्षा को भी इन बंदी सिंहों के रिहाई से फायदा होगा। तो मैं यही निवेदन करना चाहता हूं आप सभी लोगों से कि अब तैयारी का वक्त आ गया है। RP सिंह साहब को भी मैं निवेदन करता हूं कि ठीक है, आपकी एक आइडियोलॉजी है, आप भी आए मैदान में, हम लोग बड़ा आंदोलन पंजाब और दिल्ली से छेड़ेंगे, आप भी आए मैदान में, और RSS के और BJP के लोग जिनका जमीर थोड़ा बहुत जाग गया है उनको साथ लेके आए, क्योंकि अल्टीमेटली सबको वाहेगुरु को देखना एक दिन। ये दुनिया फानी है, जाके ऊपर एक ओंकार से भी मिलना है सबको, ये याद रखें। वहां सबको ऊपर भी जाना है, तब हम लोग क्या जवाब देंगे कि इन लोगों ने अपने लिए कोई क्राइम नहीं किया था जो आज ये बंदी सिंह है। ये क्या कोई डकैती डाल के जेल में है? ये क्या कोई चोरी करके जेल में है? ये क्या कोई अपनी पर्सनल दुश्मनी की वजह से जेल में है? इस सवालों का जवाब हम ना इस दुनिया में किसी को दे पाएंगे, ना उस दुनिया को। जो लोग इंसाफ बराबरी के लिए संघर्ष कर रहे हैं, बड़ी बड़ी कुर्बानियां दे रहे हैं, तो उन लोगों के प्रति पूरे समाज की, जिस समाज के लिए उन्होंने इतनी बड़ी बड़ी कुर्बानियां दी, पूरे समाज की जरूरत है, पूरे समाज की जिम्मेदारी है कि इस संघर्ष में साथ जुड़ें। हम बहुत जल्दी ऐलान करने वाले हैं एक बड़े आंदोलन का, यदि बंदी सिंह नहीं छोड़े गए। जय भीम, जय संविधान, जो बोले सो निहाल। ਦਵਿੰਦਰਪਾਲ ਸਿੰਘ ਭੁੱਲਰ ਜੀ ਦੀ ਰਿਹਾਈ ਲਈ ਦਿੱਲੀ ਸਰਕਾਰ ਵੀ ਜ਼ਿੰਮੇਵਾਰ ਆ। नहीं हो रही रिहाई, इस करके दिल्ली सरकार भी जिम्मेवार है। मैं छोटा जिहा मैसेज देना चाहांगी, अपना अपना एनालिसिस कर लियो, लेकिन बड़ा मैनू जो मैं देख के समझ रही हूं सर, तुसी भी समझियो कि मैनू ये लग रहा कि एक हो गया सामने तो वार करना, पता आ कमीना बंदा आ मैनू कदी भी मार सकदा। एक हो गया सामने तो वार करना, और सानू पता है बीजेपी सरकार है सामने तो वार कर रही है, खेल रही है SC ST माइनॉरिटीज नाल धक्का कर रही है सामने तो। एक हो गया पिछे तो वार करना, सानू नहीं पता साडे पिछे कौन है, कदों साडे पिछे छुरा खोप दे कोई, वो है अरविंद केजरीवाल।
ਉਹ ਹੈ ਆਮ ਆਦਮੀ ਪਾਰਟੀ ਦੀ ਸਰਕਾਰ। ਕਨਵੀਨੀਅੰਸ ਦੀ ਰਾਜਨੀਤੀ ਕਰਨੀ, जब जब मन होया ते जाकर कहना मैं हनुमान भक्त हूं, गुजरात जाके कहना कि राम राम जी, फिर कदी भगत सिंह दियां वड्डियां वड्डियां फोटोआं ला के ऑफिस च बाबा साहेब डॉक्टर भीमराव अंबेडकर दियां फोटो ला के ओछियां खाली वोटां दियां राजनीतियां करनियां। आ है गंदी सरकार। आ है ਇਹ ਜਿਹੜੀ ਸਰਕਾਰ ਹੈ ਨਾ, ਇਹ ਤੁਸੀਂ ਸਾਰੇ ਸਮਝ ਲਓ, ਜਿਹੜੇ ਵੀ ਚੈਨਲ ਵਾਲੇ ਦੇਖ ਰਹੇ, ਜਿਹੜੀ ਵੀ ਆਡੀਅנס ਦੇਖੇਗੀ, ਇਹਨਾਂ ਤੋਂ ਬਚ ਕੇ ਰਹਿਣਾ। ਆ ਝੂਠ ਬੋਲਦੀ ਆ ਸਿਰਫ ਵੋਟਾਂ ਦੀ ਰਾਜਨੀਤੀ ਕਰਦੀ ਆ। ਪੰਜਾਬ ਜਾਏਗੀ ਤੇ ਲੋਕਾਂ ਨੂੰ ਮੈਨੂਪੂਲੇਟ ਕਰਕੇ ਝੂਠ ਬੋਲ ਕੇ ਉੱਥੋਂ ਵੋਟਾਂ ਲੈਣੀਆਂ, ਉੱਥੇ ਜਾ ਕੇ ਬਾਬਾ ਸਾਹਿਬ ਦੀ ਤੇ ਭਗਤ ਸਿੰਘ ਦੀਆਂ ਫੋਟੋ ਲਾਣੀਆਂ। ਪਤਾ ਹੈ ਇਹ ਭੋਲੇ ਲੋਕ ਹੈਗੇ, ਇਮੋਸ਼ਨਲ ਲੋਕ ਹੈਗੇ, ਇਹਨਾਂ ਦਾ ਫਾਇਦਾ ਚੱਕੋ। ਇਹੀ ਜਾ ਕੇ ਹੁਣ ਗੁਜਰਾਤ ਕਰ ਰਹੀ ਹੈਗੀ। ਅਸੀਂ ਸਾਰੇ ਸਤਰਕ ਹੋ ਕੇ ਸਮਝਦਾਰੀ ਨਾਲ, ਮੈਨੂੰ ਇਹੀ ਲੱਗ ਰਿਹਾ ਸਾਡੇ ਤੋਂ ਅੱਛਾ ਅੰਦੋਲਨ ਕੋਈ ਨਹੀਂ ਕਰ ਸਕਦਾ, ਪ੍ਰੋਟੈਸਟ ਕੋਈ ਨਹੀਂ ਕਰ ਸਕਦਾ। ਔਰ ਸਾਰੇ ਤੁਸੀਂ ਜਿੰਨੇ ਵੀ ਸਾਰੇ ਕਹਿ ਰਹੇ ਹੋ ਨਾ, ਇਹ ਸਮਝ ਲਓ ਕਿ ਕਿਆ ਸਾਡੇ ਲਈ ਸੰਘਰਸ਼ੀ ਰਸਤਾ, ਤੇ ਮੈਨੂੰ ਲੱਗ ਰਿਹਾ ਸਾਡੇ ਲਈ ਸੰਘਰਸ਼ੀ ਰਸਤਾ, ਸਾਡੇ ਲਈ ਰਸਤਾ ਆਸਾਨ ਨਹੀਂ ਹੈ। ਸਾਨੂੰ ਸਭ ਕੁਝ ਪਲੈਟਰ 'ਚ ਨਹੀਂ ਮਿਲਣਾ, ਕਿਉਂਕਿ ਅਸੀਂ ਆਪ ਅੱਗੇ ਹੋ ਕੇ ਧੋਖੇਬਾਜ਼ਾਂ ਨੂੰ ਰਾਜਾ ਦੀ ਕੁਰਸੀ ਤੇ ਬਿਠਾਇਆ। ਤੇ ਹੁਣ ਆਪ ਸਮਝ ਲਓ ਉਹ ਕੁਰਸੀ ਵਾਪਸ ਕਿਸ ਤਰ੍ਹਾਂ ਲਿਆਣੀ ਆ। ਅੰਦੋਲਨ ਇਜ਼ ਦੀ ਪ੍ਰੋਟੈਸਟ ਇਜ਼ ਦਾ ਓਨਲੀ ਕੀ ਟੂ ਇਟ। ਪ੍ਰੋਟੈਸਟ ਕਰੋ, ਪੀਸਫੁਲ ਪ੍ਰੋਟੈਸਟ। ਸੰਵਿਧਾਨ ਸਾਨੂੰ ਅਧਿਕਾਰ ਦਿੰਦਾ ਹੈਗਾ, ਤੇ ਸੰਵਿਧਾਨ ਦੇ ਅਧਿਕਾਰ ਦੇ ਤਹਿਤ ਆਪਣਾ ਆ ਸਾਡਾ ਅੱਜ ਵੀ ਅਰਦਾਸ ਕੀਤੀ ਆ। ਪਿਛਲਾ ਪ੍ਰੋਟੈਸਟ ਜਿਹੜਾ ਸਾਡਾ ਸੀਗਾ ਜੰਤਰ ਮੰਤਰ ਤੇ, ਉਹ ਟ੍ਰੇਲਰ ਸੀਗਾ। ਪੂਰੀ ਪਿਕਚਰ ਆਣਾ ਬਾਕੀ ਹੈਗੀ ਆ। ਮੈਂ ਸਾਡੇ ਸਾਰੇ ਆਗੂਆਂ ਨੂੰ, ਵੱਡੇ ਖੜੇ ਨੇ ਜਿੰਨੇ ਵੀ ਇੱਥੇ ਖੜੇ ਨੇ, ਮੈਂ ਸਾਰਿਆਂ ਨੂੰ ਇਹ ਅਰਦਾਸ ਕਰਦੀ ਹਾਂ ਐਜ਼ ਅ ਯੂਥ, ਪੂਰੀ ਕੋਸ਼ਿਸ਼ ਕਰਾਂਗੇ ਪੰਜਾਬ ਜਾ ਕੇ ਬੱਚੇ ਨੂੰ ਜਾਗਰੂਕ ਕਰਨ ਲਈ। ਔਰ ਜਿੱਦਾਂ ਪ੍ਰਾਚਾ ਸਾਹਿਬ ਨੇ ਕਿਹਾ ਸੀਗਾ, ਮੈਂ ਆਊਟਰ ਲਿਮਿਟ 3 ਮਹੀਨੇ ਦੇ ਰਿਹਾ। ਆਪਣਾ ਇੱਕ ਹੀ ਕੈਂਪੇਨ ਹੋਣੀ ਚਾਹੀਦੀ ਆ, ਸਿਗਨੇਚਰ ਕੈਂਪੇਨ। ਸਭ ਤੋਂ ਪਹਿਲਾਂ ਅਸੀਂ ਆਈ ਥਿੰਕ ਨੈਕਸਟ ਵੀਕ ਹੀ ਸ਼ੁਰੂ ਕਰ ਦਾਂਗੇ ਸਿਗਨੇਚਰ ਕੈਂਪੇਨ। ਜਿੰਨੀ ਹੋ ਗਈ ਆ ਅੱਜ, ਜਿੰਨੇ ਵੀ MP MLA MP ਜਾਂ ਜਿੱਦਾਂ ਹੁਣ RP ਸਿੰਘ ਜੀ ਨੇ ਲਿਖ ਕੇ ਦਿੱਤਾ, ਪੋਸਟ ਪਾਇਆ ਟਵਿੱਟਰ ਤੇ, ਤਾਂ ਮੈਂ ਸਾਹਿਬ ਨੂੰ ਕਹਿ ਦਾਂਗੀ ਸਾਹਿਬ ਇਦਾਂ ਨਹੀਂ ਚੱਲੂਗਾ। ਸਾਡੀ ਸਿਗਨੇਚਰ ਕੈਂਪੇਨ ਤੇ ਸਿਗਨੇਚਰ ਕਰਨੇ ਪੈਣਗੇ। ਔਰ ਤੁਸੀਂ ਸਮਰਥਨ ਦਿਓ ਕਿ ਸਾਡੇ ਬੰਦੀ ਸਿੰਘ ਅਨਕਨਸਟੀਟਿਊਸ਼ਨਲ ਤਰੀਕੇ ਨਾਲ ਅੰਦਰ ਬੈਠੇ ਨੇ, ਤੁਸੀਂ ਸਾਡਾ ਸਾਥ ਦੇ ਰਹੇ ਹੋ ਉਹਨਾਂ ਨੂੰ ਰਿਹਾ ਕਰਨ ਲਈ। ਔਰ ਜਿੰਨੇ ਵੀ ਪੰਜਾਬ ਦੇ MLA MP ਅੰਦਰ ਬੈਠੇ ਆ, ਮੈਂ ਸਾਰਿਆਂ ਕੋਲ ਜਾਵਾਂਗੀ ਪੂਰਾ ਮੀਡੀਆ ਲੈ ਕੇ। ਔਰ ਜੇ ਤੁਸੀਂ ਸਿਗਨੇਚਰ ਨਹੀਂ ਕਰੋਗੇ, I will definitely take this pledge to expose you in front of the people ਜਿਨ੍ਹਾਂ ਦਾ ਵੋਟ ਲੈ ਕੇ ਤੁਸੀਂ ਉਸ ਕੁਰਸੀ ਤੇ ਬੈਠੇ ਹੋ। ਜੇ ਸਾਡੇ ਨਾਲ ਹੋ ਸਿਗਨੇਚਰ ਤੇ ਕੈਂਪੇਨ ਤੇ ਸਿਗਨੇਚਰ ਕਰੋ, ਤੁਸੀਂ ਸਾਡੇ ਨਾਲ ਹੋ। ਜੇ ਨਹੀਂ ਹੋ ਤੇ ਤਾਂ ਵੀ ਤੁਹਾਡਾ ਪਰਦਾਫਾਸ਼ ਅਸੀਂ ਕਰਾਂਗੇ। ਹੋਰ ਇਹ ਸਿਗਨੇਚਰ ਕੈਂਪੇਨ ਤੇ ਹੀ ਸਾਡਾ ਸਾਥ ਦਿਓ। ਵੱਡੇ ਪ੍ਰੋਟੈਸਟ ਲਈ ਤਿਆਰੀ ਹੈਗੀ ਹੈ। ਆਈ ਥਿੰਕ ਬਾਬਾ ਹੀ ਦੱਸਣਗੇ ਕਿ ਚੰਡੀਗੜ੍ਹ ਹੈਗਾ ਕਿੱਥੇ ਹੈਗਾ। ਹੁਣ ਵੱਡੇ ਪ੍ਰੋਟੈਸਟ ਲਈ ਵੀ ਅਸੀਂ ਡੇਟ ਰਿਲੀਜ਼ ਕਰ ਦਾਂਗੇ। क्या भारत के अंदर 2 कानून एट ए टाइम रन कर रहे हैं? अरे वाह, केवल आप 2 कानून की बात कर रहे हैं, मुझे तो लगता है कि कई कानून एक समय में जो साथ साथ चल रहे हैं। वो अपने अपने लोगों के लिए अलग हैं, जो सरकार में बैठे हैं, जो पैसे वाले लोग हैं उनके लिए अलग हैं, जो लोग गरीब हैं उनके लिए अलग हैं, जो गरीब क्या शोषित पीड़ित लोग हैं उनके लिए अलग है। तो अलग अलग तरीके के कानून चल रहे हैं। जैसे अगर हम इसी अपने बंदी सिखों के मामले में अगर देखते हैं तो 30 साल से 32 साल से लोग बंद हैं और मुकदमे भी कई बार अभी चल रहे हैं, उन तक में रिहाई नहीं हो रही। इससे ज्यादा और जघन्य अपराध क्या होगा? जबकि ऐसे लोगों के विषय में आप देखेंगे कि खुद केंद्र सरकार की तरफ से पहल की गई, मोदी सरकार की तरफ से पहल की गई। वो लोग बिल्किस बानो के केस में जो है इतने जघन्य अपराध में, मतलब इससे बड़ा कोई अपराध होगा कि किसी की बच्ची को, छोटी सी बच्ची को उसकी आंखों के सामने आप पटक के मार दें और उसके परिवार के 13 लोगों की हत्या कर दी जाए, सामूहिक बलात्कार उसके साथ में इतने लोग करें, और उनको केंद्र सरकार की तरफ से, राज्य सरकार की तरफ से पूरा प्रोटेक्शन मिलता है। 4-4 साढ़े 4 साल की उनको परलो और पैरोल भी मिल चुकी है और उसके बाद पूरी तरह से रिहा कर दिया गया। तो और यहां पर ऐसा कोई अपराध नहीं है। उस सब के बावजूद भी 30 साल से अगर हमें जेल में बंद रखा हुआ है तो साफ समझ में आ जाता है कानून अलग अलग हैं और सरकार जिसको जैसा उसे ठीक लगता है वैसा वो करती है। तो मैं तो यही मानता हूं कि इस विषय में हम लोगों को जो हमारी अब ये रणनीति है कि भी जो विधायक हैं, जो सांसद हैं, उनके सिग्नेचर करवा के और इसके अलावा और जो चीजें हैं वो करनी है। पर मैं इससे आगे थोड़ी एक चीज मैं मानता हूं, हम लोग इस बात के गवाह हैं कि इस देश में 2 आंदोलन बहुत मजबूती से, 3 बल्कि गए हैं, लड़े भी गए इसी मोदी सरकार के सामने और जीते भी गए। एक आंदोलन 2 अप्रैल 2018 को हुआ SC ST एक्ट के विषय में,
वो जीता भी गया किसी नेता के अभाव के बिना। कोई नेता नहीं था उसका नेतृत्व करने वाला, लेकिन पब्लिक ने लड़ा, सरकार भी घुटनों पर आई और सुप्रीम कोर्ट भी घुटनों पर आई। और उसके बाद में आपने सीएएनआरसी का देखा। सीएएनआरसी का आंदोलन इतना जबरदस्त रहा, पूरे देश में रहा, हम लोग सब उसमें शामिल रहे। सो उस आंदोलन में भी इतनी बड़ी सफलता मिली कि आज भी सरकार की हिम्मत नहीं है कि सीएएनआरसी लागू कर सके, किया भी नहीं। और उसके अलावा हमने किसान आंदोलन देखा, जिसकी रीढ़ तो आप ही है, पूरा सिख समाज उसकी रीढ़ है किसान आंदोलन की। एक साल में सरकार को, मोदी जैसे व्यक्ति को घुटनों पर लाए। तो मैं ये मानता हूं कि ईमानदारी से अगर हमने तय कर लिया कि जो हमारे सिख, जो बंदी सिख हैं अभी जेलों के अंदर, ईमानदारी से अगर हम उन्हें चाहते हैं रिहा कराना, तो मैं समझता हूं इस बात में मुझे कोई शक नहीं है कि न केवल हम उन्हें रिहा करा पाएंगे, बल्कि जो उन पर केस है वो केस भी बाइज्जत हम बरी करा पाएंगे। बहुत मुझे पक्का विश्वास है। हम लोगों को बहुत मजबूती के साथ, बहुत सिस्टमेटिक ढंग से एक समय सीमा तय करके, जो मैं समझता हूं हमारे बड़े भाई महमूद पराचा जी ने 3 महीने की जो लाइन आउटलाइन दी है, हम उसको ही लेकर अगर ईमानदारी से चलें तो हम निश्चित रूप से सफल होंगे। ऐसी कोई मुझे लगता नहीं कि सफल ना। बहुत धन्यवाद है सर आपका, आप यहाँ पे आए और आपने आके संगत को। मेरी जिम्मेदारी है यहाँ पर आना, और मैं क्षमा ये चाहता हूँ कि थोड़ा सा अचानक सुबह भूल गया और मुझे एकदम जब याद आया तो फिर मैं तुरंत भागा। ये थोड़ा सा रहा, नहीं तो मैं समय पे आ गया होता। बहुत बहुत शुक्रिया। गुरु जी का खालसा, वाहिगुरु जी की फतेह। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਤਿਹਾੜ ਜੇਲ੍ਹ ਦੇ ਬਾਹਰ ਹਰ ਸਾਲ ਦੀ ਤਰ੍ਹਾਂ ਇਕੱਤਰ ਹੋਏ ਹਾਂ ਔਰ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਜੋਦੜੀ ਕੀਤੀ ਹੈ ਕਿ ਜੇਲ੍ਹਾਂ ਦੇ ਵਿੱਚ ਜਿਹੜੇ ਆਪਣੀ ਸਜ਼ਾਵਾਂ ਪੂਰੀ ਕਰ ਚੁੱਕੇ ਬੰਦੀ ਸਿੰਘ ਹਨ, ਉਹਨਾਂ ਦੀ ਰਿਹਾਈ ਦਾ ਰਸਤਾ ਖੁੱਲੇ ਔਰ ਸਰਕਾਰਾਂ ਨੂੰ ਸੋਝੀ ਆਏ, ਤਾਂ ਕਿ ਜਿਹੜੀ ਕਿਸੇ ਕਾਰਨਾਂ ਤੋਂ ਉਹਨਾਂ ਦੇ ਨਾਲ ਇੱਕ ਵਿਤਕਰਾ ਕੀਤਾ ਜਾ ਰਿਹਾ ਧਰਮ ਦੇ ਕਰਕੇ ਜਾਂ ਕਿਸੇ ਹੋਰ ਕਾਰਨਾਂ ਕਰਕੇ, ਉਸ ਵਿਤਕਰੇ ਨੂੰ ਸਰਕਾਰ ਸਮਝੇ ਔਰ ਉਸ ਵਿਤਕਰੇ ਨੂੰ ਸਮਝਦੇ ਹੋਏ ਸਾਡੇ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਏ। ਕੱਲ ਪ੍ਰਧਾਨ ਮੰਤਰੀ ਸਾਹਿਬ ਅਯੋਧਿਆ ਗਏ ਸੀ ਔਰ ਉੱਥੇ ਉਹਨਾਂ ਨੇ ਰਾਮ ਰਾਜ ਦੀ ਗੱਲ ਕੀਤੀ ਹੈ। ਅੱਜ ਮੈਂ ਸਵੇਰੇ ਅਖਬਾਰਾਂ ਦੇ ਵਿੱਚ ਪੜ੍ਹਿਆ, ਉਹਨਾਂ ਨੇ ਕਿਹਾ ਹੈ ਕਿ ਜਿਹੜੇ ਭਾਰਤ ਦੇ ਸੰਵਿਧਾਨ ਦੇ ਮੌਲਿਕ ਅਧਿਕਾਰ ਨੇ, ਉਹਦੇ ਸ਼੍ਰੀ ਰਾਮ ਚੰਦਰ ਜੋ ਨੇ ਉਹਦੇ ਪ੍ਰਣੇਤਾ ਨੇ। ਕਿਉਂਕਿ ਜਦੋਂ ਪਹਿਲੀ ਕਾਪੀ ਸੰਵਿਧਾਨ ਦੀ ਬਣਾਈ ਗਈ ਤੇ ਉਹਦੇ ਉੱਤੇ ਜਿੱਥੇ ਮੌਲਿਕ ਅਧਿਕਾਰ ਲਿਖੇ ਨੇ, ਉਹਨਾਂ ਮੌਲਿਕ ਅਧਿਕਾਰਾਂ ਦੇ ਨਾਲ ਜਿਹੜੀ ਹੈ ਤਸਵੀਰ ਹੈ ਰਾਮ ਚੰਦਰ ਜੀ ਦੀ, ਸੀਤਾ ਜੀ ਦੀ ਔਰ ਲక్ష్మణ ਜੀ ਦੀ, ਤੇ ਇਸ ਕਰਕੇ ਉਹ ਪ੍ਰਣੇਤਾ ਨੇ। ਤੇ ਮੈਂ ਪ੍ਰਧਾਨ ਮੰਤਰੀ ਜੀ ਨੂੰ ਬੇਨਤੀ ਕਰਨਾ ਚਾਹੁੰਦਾ, ਜੇ ਪ੍ਰਧਾਨ ਮੰਤਰੀ ਜੀ ਆਪ ਜੀ ਮੰਨਦੇ ਹੋ ਕਿ ਸੰਵਿਧਾਨ ਦੇ ਮੌਲਿਕ ਅਧਿਕਾਰ ਨੇ, ਉਹਨਾਂ ਦੇ ਸ਼੍ਰੀ ਰਾਮ ਚੰਦਰ ਪ੍ਰਣੇਤਾ ਨੇ, ਅਸੀਂ ਤੁਹਾਡੀ ਗੱਲ ਨੂੰ ਵੱਡੀ ਕਰਨੇ ਆ ਔਰ ਇਸ ਗੱਲ ਦੇ ਉੱਤੇ ਤੁਹਾਨੂੰ ਬੇਨਤੀ ਕਰਨੇ ਆ ਕਿ ਜਿਸ ਸੰਵਿਧਾਨ ਦੇ ਤਹਿਤ ਅਸੀਂ ਇਹ ਬੰਦੀ ਸਿੰਘਾਂ ਦੀ ਰਿਹਾਈ ਮੰਗ ਰਹੇ ਹਾਂ, ਉਸੇ ਸੰਵਿਧਾਨ ਦੇ ਮੌਲਿਕ ਅਧਿਕਾਰਾਂ ਦੇ ਤਹਿਤ ਉਹਨਾਂ ਦੀ ਰਿਹਾਈ ਬਣਦੀ ਹੈ। ਆਰਟੀਕਲ 161 ਜੋ ਕਿ ਸਮੇਂ ਪਹਿਲੇ ਰਿਹਾਈ ਦਾ ਇੱਕ ਵੱਡਾ ਕਾਰਨ ਹੈ, ਉਹ ਰਿਹਾਈ ਜਿਹੜੀ ਰਾਸ਼ਟਰਪਤੀ ਆ ਉਪ ਰਾਜਪਾਲ ਦੇ ਮਾਧਿਅਮ ਨਾਲ ਹੋ ਸਕਦੀ ਹੈ, ਉਹ ਰਿਹਾਈ ਉਹਨਾਂ ਦੀ ਜਾਇਜ਼ ਬਣਦੀ ਹੈ। ਇੱਕ ਪਾਸੇ ਐਸੇ ਲੋਕ ਰਸੂਖਦਾਰ ਜਿਹੜੇ ਆਪਣੇ ਬਿਨਾਂ ਕਿਸੇ ਗੱਲ ਦੇ ਉੱਤੇ ਸਿਰਫ ਆਪਣੀ ਤਾਕਤ ਦੇ ਭਰੋਸੇ ਦੇ ਉੱਤੇ ਫਰਲੋ ਪੈਰੋਲ ਔਰ ਸਭ ਕੁਝ ਲੈ ਕੇ ਚਲੇ ਜਾਂਦੇ ਨੇ, ਔਰ ਦੂਜੇ ਪਾਸੇ ਸਾਡੇ ਬੰਦੀ ਸਿੰਘ ਨੇ ਜਿਨ੍ਹਾਂ ਨੂੰ ਨਾ ਫਰਲੋ ਮਿਲਦੀ ਹੈ, ਨਾ ਪੈਰੋਲ ਮਿਲਦੀ ਹੈ, ਨਾ ਰਿਹਾਈ ਮਿਲਦੀ ਹੈ। ਹੁਣ ਬਿਲਕਿਸ ਬਾਨੋ ਦੇ ਕੇਸ ਦੇ ਵਿੱਚ ਜਿਹੜੇ 11 ਬੰਦਿਆਂ ਨੂੰ ਚੰਗਾ ਆਚਰਣ ਦੱਸ ਕੇ ਉਹਨਾਂ ਨੂੰ ਬਾਹਰ ਜੇਲ੍ਹ ਚੋਂ ਕੱਢਿਆ ਗਿਆ, ਉਹਦੇ ਵਿੱਚ ਹੁਣੇ ਖੁਲਾਸਾ ਆਇਆ ਇੰਡੀਅਨ ਐਕਸਪ੍ਰੈਸ ਵੱਲੋਂ ਕਿ ਉਹਨਾਂ ਦੇ ਵੱਲੋਂ ਇਹਨਾਂ 13 ਸਾਲ ਦੀ ਜਿਹੜੀ ਉਹਨਾਂ ਦੀ ਸਜ਼ਾ ਦਿਖਾਈ ਗਈ ਹੈ 14 ਸਾਲ ਦੀ, ਉਹਦੇ ਵਿੱਚ ਵੀ 1000 ਦਿਨ ਤੋਂ 1500 ਦਿਨ ਤੱਕ ਉਹਨਾਂ ਨੂੰ ਪੈਰੋਲ ਔਰ ਫਰਲੋ ਮਿਲੀ ਹੈ। ਮਤਲਬ 3-3 ਸਾਲ ਉਹਨਾਂ ਨੂੰ ਫਰਲੋ ਪੈਰੋਲ ਦੇ ਮਿਲ ਗਏ ਨੇ 14 ਸਾਲਾਂ ਦੇ ਵਿੱਚ, ਔਰ ਸਾਡੇ ਬੰਦੀ ਸਿੰਘਾਂ ਨੂੰ 28 ਸਾਲ 27 ਸਾਲ 32 ਸਾਲ ਕੱਟਣ ਦੇ ਬਾਅਦ ਵੀ ਫਰਲੋ ਪੈਰੋਲ ਵਾਸਤੇ ਤਰਲੇ ਕਰਨੇ ਪੈ ਰਹੇ ਨੇ। ਇਹ ਕਿਤੇ ਨਾ ਕਿਤੇ ਭਾਰਤ ਦੇ ਜੋ ਸੰਵਿਧਾਨ ਦੇ ਵਿਚਕਾਰ ਇੱਕ ਵੱਡੀ ਜੋ ਇੱਕ ਖਾਮੀ ਹੈ ਕਿ ਜੋ ਆਪਣੇ ਆਪ ਨਿਰਧਾਰਿਤ ਨਹੀਂ ਹੁੰਦੀ ਇਸ ਗੱਲ ਨੂੰ ਕਿ ਹਰ ਕੈਦੀ ਦਾ ਜੋ ਅਧਿਕਾਰ ਹੈ ਉਹਨੂੰ ਅਧਿਕਾਰ ਨਹੀਂ ਮਿਲਦਾ। ਇਹ ਬੜੀ ਤਰਾਸਦੀ ਦੀ ਗੱਲ ਹੈ। ਇਸ ਵਾਸਤੇ ਅਸੀਂ ਪ੍ਰਧਾਨ ਮੰਤਰੀ ਜੀ ਨੂੰ ਬੇਨਤੀ ਕਰਨੇ ਆ ਕਿ ਜਿਹੜੀ ਇਹ ਤੁਸੀਂ ਗੱਲ ਕਹਿੰਦੇ ਹੋ ਕਿ ਮੌਲਿਕ ਅਧਿਕਾਰਾਂ ਦੇ ਸ਼੍ਰੀ ਰਾਮ ਚੰਦਰ ਜੀ ਪ੍ਰਣੇਤਾ ਨੇ, ਉਸ ਗੱਲ ਦੇ ਉੱਤੇ ਆਪਣੇ ਖੜੇ ਹੋ ਕੇ ਰਾਮ ਰਾਜ ਦੀ ਜਿਹੜੀ ਤੁਸੀਂ ਗੱਲ ਕਰਦੇ ਹੋ, ਰਾਮ ਰਾਜ ਕਿਸੇ ਵਿਤਕਰਾ ਕਰਨ ਦਾ ਸਿਧਾਂਤ ਨਹੀਂ ਦਿੰਦਾ। ਰਾਮ ਰਾਜ ਸਭ ਨੂੰ ਬਰਾਬਰੀ ਦੇ ਅੱਖ ਨਾਲ ਵੇਖਣ ਦਾ ਸਿਧਾਂਤ ਹੈ, ਤੇ ਜੇਕਰ ਤੁਸੀਂ ਰਾਮ ਰਾਜ ਤੇ ਭਰੋਸਾ ਕਰਦੇ ਹੋ, ਰਾਮ ਰਾਜ ਦੇ ਵਿੱਚ ਤੁਹਾਡੀ ਆਸਥਾ ਹੈ, ਤੇ ਬੰਦੀ ਸਿੰਘਾਂ ਦੇ ਨਾਲ ਵੀ ਉਹੀ ਸਲੂਕ ਕਰੋ ਜੋ ਤੁਸੀਂ ਬਿਲਕਿਸ ਬਾਨੋ ਦੇ ਹਥਿਆਰਿਆਂ ਦੇ ਨਾਲ ਕੀਤਾ। ਦੂਸਰੀ ਗੱਲ, ਇਸੇ ਜੇਲ੍ਹ ਦੇ ਵਿੱਚ ਭਾਈ ਜਗਤਾਰ ਸਿੰਘ ਜੋਹਲ ਜੋ ਕਿ ਪਿਛਲੇ 5 ਸਾਲਾਂ ਤੋਂ ਬਿਨਾਂ ਕਿਸੇ ਮੁਕੱਦਮੇ ਦੇ ਬੰਦ ਨੇ, ਔਰ ਉਹਨਾਂ ਦਾ ਕਸੂਰ ਸਿਰਫ ਇੰਨਾ ਹੈ ਕਿ ਉਹ ਇੱਕ ਬਲੌਗਰ ਸੀ ਔਰ ਉਹ ਜਿਹੜੇ ਨੇ ਸਮਾਜਿਕ ਗੱਲਾਂ ਦੇ ਉੱਤੇ ਬਲੌਗ ਦੇ ਉੱਤੇ ਲਿਖਦੇ ਸੀ ਇੰਗਲੈਂਡ ਦੇ ਵਿੱਚ, ਔਰ ਇੱਥੇ ਜਦੋਂ ਆਏ ਵਿਆਹ ਤੋਂ ਬਾਅਦ ਤੇ ਉਹਨਾਂ ਨੂੰ ਚੁੱਕ ਲਿਆ ਗਿਆ ਔਰ ਅੱਜ 5 ਸਾਲ ਹੋ ਗਏ ਨੇ ਇਸ ਜੇਲ੍ਹ ਦੇ ਵਿੱਚ ਜਗਤਾਰ ਸਿੰਘ ਜੱਗੀ ਜੋਹਲ ਬੰਦ ਨੇ, ਔਰ ਉਹਨਾਂ ਦੇ ਬਾਰੇ ਵੀ ਰਿਹਾਈ ਦੇ ਮਾਮਲੇ ਦੇ ਵਿੱਚ ਜਾਂ ਉਹਨਾਂ ਦੀ ਕਾਰਵਾਈ ਦੇ ਬਾਰੇ ਉਹਨਾਂ ਦੇ ਖਿਲਾਫ ਅਜੇ ਤੱਕ ਕੋਈ ਸਾਬਤ ਨਹੀਂ ਹੋ ਪਾਇਆ।
5 ਸਾਲਾਂ ਦੇ ਦੌਰਾਨ ਅਜੇ ਤੱਕ ਉਹਨਾਂ ਦੇ ਖਿਲਾਫ ਕੋਈ ਐਸੀ ਚੀਜ਼ ਨਹੀਂ ਨਿਕਲ ਕੇ ਆਈ ਜੇ ਸਾਬਤ ਹੋ ਸਕਦਾ ਹੋਏ ਕਿ ਉਹ ਦੋਸ਼ੀ ਹੋਣ। ਤੇ ਮੈਂ ਸਰਕਾਰਾਂ ਨੂੰ ਬੇਨਤੀ ਕਰਾਂਗਾ ਕਿ ਜਿੱਥੇ ਇੱਥੇ ਸਰਦਾਰ ਜਗਤਾਰ ਸਿੰਘ ਜੀ ਹਵਾਰਾ, ਜਗਤਾਰ ਸਿੰਘ ਜੋਹਲ ਵਰਗੇ ਇੱਥੇ ਸਿੰਘ ਬੰਦ ਨੇ ਜੇਲ੍ਹਾਂ ਦੇ ਵਿੱਚ, ਔਰ ਇਹ ਸਭ ਪੋਲੀਟੀਕਲ ਕਾਰਨਾਂ ਤੋਂ ਬੰਦ ਨੇ, ਸਿਆਸੀ ਰਾਜਸੀ ਕੈਦੀ ਨੇ। ਇਸ ਕਰਕੇ ਇਹਨਾਂ ਸਾਰੇ ਰਿਆਸੀ ਸਿਆਸੀ ਕੈਦੀਆਂ ਦੀ ਤੁਰੰਤ ਜਿਹੜੀ ਹੈ ਸਜ਼ਾ ਮਾਫ ਹੋਣੀ ਚਾਹੀਦੀ, ਇਹਨਾਂ ਨੂੰ ਬਾਹਰ ਕੱਢਣਾ ਚਾਹੀਦਾ ਹੈ। ਔਰ ਜੋ ਤੁਸੀਂ ਰਾਮ ਰਾਜ ਦੀ ਪਰਿਕਲਪਨਾ ਦਾ ਸੁਪਨਾ ਦੇਖਦੇ ਹੋ, ਜੋ ਤੁਸੀਂ ਕਹਿੰਦੇ ਹੋ ਕਿ ਮੌਲਿਕ ਅਧਿਕਾਰਾਂ ਦੇ ਸ਼੍ਰੀ ਰਾਮਚੰਦਰ ਪ੍ਰਣੇਤਾ ਨੇ, ਉਸ ਗੱਲ ਤੇ ਪ੍ਰਧਾਨ ਮੰਤਰੀ ਜੀ ਮੋਹਰ ਲਾਓ, ਉਹਨਾਂ ਬੰਦੀ ਸਿੰਘਾਂ ਦੀ ਰਿਹਾਈ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਗੁਰਬਚਨ ਸਿੰਘ, ਭਾਈ ਮਤੀਦਾਸ ਚੌਂਕ, ਆਪ ਜੀ ਨੂੰ ਇੱਕ ਪੁਰਾਣੀ ਘਟਨਾ ਯਾਦ ਦਿਲਾ ਰਿਹਾ ਹੈ। ਚੌਧਰੀ ਚਰਨ ਸਿੰਘ ਦੇ ਪ੍ਰਧਾਨ ਮੰਤਰੀ ਦੇ ਟਾਈਮ ਮੰਡਲ ਆਯੋਗ ਚੱਲਿਆ ਸੀ, ਸਿਰਫ 9 ਦਿਨ ਚੱਲਿਆ ਸੀ, 2 ਸ਼ਹੀਦੀਆਂ ਹੋਈਆਂ ਸੀ ਤੇ 9 ਦਿਨ ਦੇ ਬਾਅਦ ਚਰਨ ਸਿੰਘ ਸਰਕਾਰ ਨੂੰ ਮੰਡਲ ਆਯੋਗ ਮੰਨਣਾ ਵੀ ਪਿਆ ਸੀ ਤੇ ਉਸ ਤੋਂ ਬਾਅਦ ਆਪਣੀ ਸਰਕਾਰ ਵੀ ਗਵਾਉਣੀ ਪਈ ਸੀ। ਅਸੀਂ ਕੀ ਉਹ ਵਾਲਾ ਜਜ਼ਬਾ ਸੰਗਤੀ ਰੂਪ ਵਿੱਚ ਪੈਦਾ ਕੀਤਾ, ਇਹ ਗੱਲ ਸਮਝ ਲਓ, ਸੋਚ ਲਓ। ਆਪਣੀ ਮੁਹਿੰਮ, ਆਪਣਾ ਜਰਾ ਮੋਰਚਾ ਤੇਜ਼ ਕਰੋ, ਤੇਜ਼ ਕਰੋ। ਸਰਕਾਰ ਦੇ ਨੱਕ 'ਚ ਨੱਥ ਪਾਓ, ਤਾਂ ਹੀ ਸਰਕਾਰ, ਸਨਾਤਨੀ ਸਰਕਾਰ ਸਿੱਧੀ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਹੋਰ ਬੇਨਤੀ ਹੈ, 30 ਤਰੀਕ ਆਉਣ ਵਾਲੀ 30 ਤਰੀਕ ਨੂੰ ਸੇਮ ਪ੍ਰੋਗਰਾਮ ਪਾਵਨ ਸ਼ਹੀਦੀ ਸਥਾਨ ਭਾਈ ਮਤੀਦਾਸ ਚੌਂਕ ਤੇ ਲਿਖਿਆ ਗਿਆ ਹੈ। ਆਪ ਜੀ ਨੇ ਵੱਧ ਚੜ ਕੇ ਹਿੱਸਾ ਵੀ ਲੈਣਾ ਹੈ ਤੇ ਆਪਣੇ ਜਜ਼ਬਾਤ ਵੀ ਪ੍ਰਗਟ ਕਰਨੇ ਨੇ। ਬੋਲੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਵਰਲਡ ਦੀ ਸਾਧ ਸੰਗਤ ਨੂੰ ਔਰ ਦੇਸ਼ ਦੀਆਂ ਸਰਕਾਰਾਂ ਨੂੰ, ਜਿੰਨੀਆਂ ਵੀ ਸਰਕਾਰਾਂ, ਉਹ ਸਟੇਟ ਸਰਕਾਰ ਹੈ ਜਾਂ ਸੈਂਟਰ ਸਰਕਾਰ ਆ, ਉਹਨਾਂ ਨੂੰ ਬੇਨਤੀ ਕਰਦਾ ਹਾਂ ਕਿ ਇੱਥੇ 2 ਕਾਨੂੰਨ ਨਹੀਂ ਹੋਣੇ ਚਾਹੀਦੇ। ਸਾਡੇ ਸੰਵਿਧਾਨ ਦੇ 2 ਕਾਨੂੰਨ ਚੱਲ ਰਹੇ ਆ। ਜਿਸ ਤਰ੍ਹਾਂ ਇੱਕ ਦੂਸਰੇ ਬੰਦਿਆਂ ਨੂੰ ਪਰੋਲ ਦਿੱਤੀ ਜਾਂਦੀ ਆ, ਆਮ ਬਲਾਤਕਾਰੀਆਂ ਨੂੰ ਪਰੋਲ ਦੇ ਦਿੱਤੀ ਜਾਂਦੀ ਆ, ਔਰ ਸਾਡੇ ਬੰਦੀ ਸਿੰਘਾਂ ਨਾਲ ਨਿਆਂ ਕਿਉਂ ਨਹੀਂ ਹੋ ਰਿਹਾ। ਇਸ ਕਰਕੇ ਮੈਂ ਸਾਰੀਆਂ ਸਰਕਾਰਾਂ ਨੂੰ ਬੇਨਤੀ ਕਰਦਾ ਹਾਂ ਕਿ ਜਲਦੀ ਤੋਂ ਜਲਦੀ ਇਹ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਵੇ ਔਰ ਦੇਸ਼ ਦੇ ਵਿੱਚ ਇੱਕ ਕਾਨੂੰਨ ਬਹਾਲ ਕੀਤਾ ਜਾਵੇ, ਨਾ ਕਿ 2 ਕਾਨੂੰਨ ਚੱਲਣ, ਜਿਹੜੇ ਮੋਦੀ ਸਰਕਾਰ ਨੂੰ ਔਰ ਸਟੇਟ ਸਰਕਾਰ ਨੂੰ ਔਰ ਜੋਗੀ ਸਰਕਾਰ ਨੂੰ ਵੀ, ਸਾਰੀਆਂ ਜਿੰਨੀਆਂ ਸਰਕਾਰਾਂ, ਮੈਂ ਅਲੱਗ-ਅਲੱਗ ਬੇਨਤੀ ਕਰਦਾ ਕਿ ਇਹਨਾਂ ਨੂੰ ਜਲਦੀ ਤੋਂ ਜਲਦੀ ਰਿਹਾ ਕੀਤਾ ਜਾਵੇ। ਅਗਰ ਨਹੀਂ ਰਿਹਾ ਕਰਨਗੇ ਔਰ ਜਿਹੜਾ ਇਹ ਮੋਰਚਾ ਅੱਗੇ ਤੋਂ ਜ਼ਿਆਦਾ ਚੱਲੇਗਾ, ਔਰ ਜਿੱਦਾਂ ਕਿਸਾਨੀ ਮੋਰਚਾ ਚੱਲਿਆ ਸੀ, ਇਸੇ ਤਰ੍ਹਾਂ ਬੰਦੀ ਸਿੰਘਾਂ ਦਾ ਮੋਰਚਾ ਚੱਲੇਗਾ। ਔਰ ਮੈਂ ਆਮ ਸੰਗਤ ਨੂੰ, ਆਮ ਜਨਤਾ ਨੂੰ ਇਹ ਅਪੀਲ ਕਰਦਾ, ਵਰਲਡ ਦੀਆਂ ਸੰਗਤਾਂ ਨੂੰ ਅਪੀਲ ਕਰਦਾ ਕਿ ਹਰ ਸਿੰਘ ਸਭਾ 'ਚ ਬੰਦੀ ਸਿੰਘਾਂ ਦੀ ਅਰਦਾਸ ਕਰੋ ਔਰ ਅਰਦਾਸ ਕਰਨ ਤੋਂ ਬਾਅਦ 'ਚ ਗੁਰੂ ਸਾਹਿਬ ਦੇ ਚਰਨਾਂ 'ਚ ਬੇਨਤੀ ਕਰੋ ਕਿ ਬੰਦੀ ਸਿੰਘਾਂ ਨੂੰ ਜਲਦੀ ਤੋਂ ਜਲਦੀ ਰਿਹਾ ਕੀਤਾ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ